ਦੋਸਤੋ ਹਾਜ਼ਰ ਹਾਂ ਫਿਰ ਇੱਕ ਹੋਰ ਨਵੀਂ ਗੱਲ ਦੇ ਨਾਲ। ਅੱਜ ਆਪਾਂ ਗੱਲ ਕਰਾਂਗੇ ਕਿ ਦੁਨੀਆ ਦੇ ਵਿੱਚ ਆਪਾਂ ਸਾਰੇ ਕਿਸੇ ਨਾ ਕਿਸੇ ਤਰ੍ਹਾਂ ਦੀਆਂ ਉਮੀਦਾਂ ਉਸ ਰੱਬ ਤੋਂ ਰੱਖਦੇ ਹਾਂ। ਅਸੀਂ ਸਵੇਰੇ ਸ਼ਾਮ ਮੱਥੇ ਟੇਕਦੇ ਹਾਂ, ਅਸੀਂ ਹਰ ਰੋਜ਼ ਮੁਰਾਦਾਂ ਮੰਗਦੇ ਹਾਂ ਕਿ ਜਦ ਸਾਡੀ ਮੁਰਾਦ ਪੂਰੀ ਹੁੰਦੀ ਹੈ, ਜਦੋਂ ਸਾਡੀ ਤਮੰਨਾ ਪੂਰੀ ਹੋ ਜਾਂਦੀ ਹੈ, ਜਦੋਂ ਜੋ ਮੰਗਦੇ ਹਾਂ ਜਦੋਂ ਪੂਰੀ ਹੋ ਜਾਂਦੀ ਹੈ ਕਿ ਉਸ ਤੋਂ ਬਾਅਦ ਅਸੀਂ ਸ਼ਾਂਤ ਹੋ ਜਾਂਦੇ ਹਾਂ, ਸੰਤੁਸ਼ਟ ਹੋ ਜਾਂਦੇ ਹਾਂ ਕਿ ਅਸੀਂ ਉਸ ਰੱਬ ਦੇ ਪ੍ਰਤੀ, ਉਸ ਕੁਦਰਤ ਦੇ ਪ੍ਰਤੀ ਸ਼ੁਕਰਗੁਜ਼ਾਰ ਹੁੰਦੇ ਹਾਂ। ਅਸੀਂ ਬੈਟਰਮੈਂਟ ਦੀ ਵੱਲ ਲਗਾਤਾਰ ਵਧਦੇ ਜਾ ਰਹੇ ਹਾਂ। ਅਸੀਂ ਉਹ ਨਹੀਂ ਰਹੇ ਜੋ ਬਹੁਤ ਵਕਤ ਪਹਿਲੇ ਸੀ। ਸਾਡੇ ਕੋਲ ਸੰਸਾਧਨ ਪਹਿਲੇ ਨਾਲੋਂ ਵੱਧ ਹੋ ਚੁੱਕੇ ਹਨ, ਸਹੂਲਤਾਂ ਵਧੀਆਂ ਨੇ, ਸਾਡੀ ਜ਼ਿੰਦਗੀ ਦੇ ਵਿੱਚ ਐਸ਼ੋ ਆਰਾਮ ਵੀ ਵਧੇ ਹੈ। ਹਰ ਇੱਕ ਬੰਦੇ ਦੇ ਕੋਲ ਅੱਜ IT ਦੇ ਹਥਿਆਰ ਹੈ। ਅਗਰ ਸਾਡੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋ ਚੁੱਕੀਆਂ ਹੁੰਦੀਆਂ ਤਾਂ ਅਸੀਂ ਅੱਜ ਉਸ ਪਰਮਪਿਤਾ ਪਰਮਾਤਮਾ ਦੇ ਪ੍ਰਤੀ ਸ਼ੁਕਰਗੁਜ਼ਾਰ ਹੁੰਦੇ ਔਰ ਅੱਜ ਅਸੀਂ ਸੰਤੁਸ਼ਟ ਹੋ ਚੁੱਕੇ ਹੁੰਦੇ। ਲੇਕਿਨ ਇਸ ਤਰ੍ਹਾਂ ਦਾ ਨਹੀਂ ਹੈ। ਅੱਜ ਹਰੇਕ ਪਾਇਦਾਨ 'ਤੇ ਖੜਾ ਹਰੇਕ ਆਦਮੀ, ਛੋਟੇ ਪਾਇਦਾਨ 'ਤੇ ਜਿਹੜਾ ਸਭ ਤੋਂ ਥੱਲੇ ਪੌੜੀ ਹੈ ਉਸ 'ਤੇ ਖੜਾ ਆਦਮੀ, ਗਰੀਬ ਆਦਮੀ ਪਰੇਸ਼ਾਨ ਹੈ ਕਿਉਂਕਿ ਉਹਨੂੰ ਆਪਣੀ ਖੁਰਾਕ ਦੇ ਲਾਲੇ ਨੇ। ਮਿਡਲ ਵਰਗ ਜਿਹਦੇ ਕੋਲ ਕੁਝ ਹੈ ਉਹ ਇਸ ਲਈ ਪਰੇਸ਼ਾਨ ਹੈ ਕਿਉਂਕਿ ਉਹ ਉੱਪਰਲੇ ਪਾਇਦਾਨ ਤੱਕ ਨਹੀਂ ਪਹੁੰਚ ਪਾ ਰਿਹਾ। ਉਹ ਆਪਣੇ ਆਪ ਨੂੰ ਉੱਪਰਲੇ ਪਾਇਦਾਨ ਤੱਕ ਪਹੁੰਚਾਉਣ ਵਾਸਤੇ ਜੱਦੋ ਜਹਿਦ 'ਚ ਲੱਗਿਆ ਹੋਇਆ ਹੈ। ਜਦ ਆਪਾਂ ਇੱਕ ਅਵਲੋਕਨ ਕਰਦੇ ਹਾਂ, ਦੇਖਦੇ ਹਾਂ ਕਿ ਰੱਬ ਹੈ, ਰੱਬ ਸੁਣਦਾ ਹੈ, ਅਸੀਂ ਕੀਰਤ ਕਰਦੇ ਹਾਂ, ਮਿਹਨਤ ਕਰਦੇ ਹਾਂ, ਉਹ ਸਾਨੂੰ ਫਲ ਦਿੰਦਾ ਹੈ। ਅਗਰ ਸਭ ਕੁਝ ਮਿਲ ਜਾਣ ਤੋਂ ਬਾਅਦ ਵੀ ਅਸੀਂ ਅੱਜ ਸੰਤੁਸ਼ਟ ਨਹੀਂ ਹਾਂ ਤਾਂ ਇਹਦੇ ਦੋ ਕਾਰਨ ਹੋ ਸਕਦੇ ਹੈ। ਨੰਬਰ 1, ਜਾਂ ਤਾਂ ਮੈਂ ਮੰਗ ਹੀ ਨਹੀਂ ਸਕਿਆ ਜੋ ਮੰਗਣਾ ਚਾਹੁੰਦਾ ਸੀ, ਜਾਂ ਜੋ ਮੈਂ ਮੰਗਿਆ ਉਹ ਦੇਣ ਵਾਲੇ ਦੀ ਸਮਝ ਨਹੀਂ। ਲੇਕਿਨ ਦੋਸਤੋ, ਇੱਕ ਕਹਾਣੀ ਜਿਹੜੀ ਮੈਂ ਅਕਸਰ ਕਹਿੰਦਾ ਹਰ ਇੱਕ ਗੱਲਬਾਤ ਦੇ ਵਿੱਚ, ਅੱਜ ਇੱਕ ਕਹਾਣੀ ਸੁਣਾਵਾਂਗਾ ਔਰ ਆਪਾਂ ਕਹਾਣੀ ਤੋਂ ਬਾਅਦ ਇੱਕ ਗੱਲ 'ਤੇ ਝਾਤ ਮਾਰਾਂਗੇ ਕਿ ਕਮੀ ਕਿੱਥੇ ਰਹਿ ਗਈ। ਇੱਕ ਵਾਰ ਇੱਕ ਇਨਸਾਨ ਘਰ ਛੱਡ ਕੇ ਕਿਤੇ ਬਹੁਤ ਦੂਰ ਚਲਾ ਜਾਂਦਾ ਹੈ, ਇਸ ਦੁਨੀਆਦਾਰੀ ਦੇ ਮੋਹ ਤੋਂ ਦੂਰ ਹੋ ਕੇ। ਜਦ ਬਹੁਤ ਲੰਬਾ ਅਰਸਾ ਜੰਗਲ 'ਚ ਗੁਜ਼ਾਰਨ ਤੋਂ ਬਾਅਦ ਉਹ ਵਾਪਸ ਆਇਆ, ਆਪਣੇ ਨਗਰ ਆਉਂਦਾ ਹੈ ਔਰ ਨਗਰ ਜਿਹਦੇ ਕੋਲ ਰਹਿੰਦਾ ਹੈ ਉਹਦੇ ਨਾਲ ਗੱਲਬਾਤ ਕਰਦਾ ਰਾਤ ਨੂੰ ਬਹਿ ਕੇ। ਜਦ ਵਾਪਸ ਆ ਰਿਹਾ ਸੀ ਤਾਂ ਮੇਰੇ ਦਿਮਾਗ ਦੇ ਵਿੱਚ ਗੱਲ ਸੀ ਕਿ ਮੈਂ ਤੈਨੂੰ ਕੁਛ ਨਾਯਾਬ ਦੇ ਕੇ ਜਾਵਾਂ ਔਰ ਮੈਂ ਤੇਰੇ ਵਾਸਤੇ ਲੈ ਕੇ ਵੀ ਆਇਆ। ਮੇਰੇ ਕੋਲ ਇਹ ਤਾਬੀਜ਼ ਹੈ, ਇਹ ਤਾਬੀਜ਼ ਬਹੁਤ ਪਿਆਰਾ ਹੈ। ਇਹ ਤੋਂ ਜੋ ਆਪਾਂ ਮੰਗਦੇ ਹਾਂ ਉਹ ਮਿਲਦਾ ਹੈ, ਲੇਕਿਨ 3 ਵਾਰ ਮੰਗਾਂਗੇ ਤਾਂ 3 ਵਾਰ ਮਿਲੇਗਾ। ਲੇਕਿਨ ਮੈਂ ਜਿਹਨੂੰ ਵੀ ਇਹ ਦਿੱਤਾ ਹੈ, ਇਸ ਤਾਬੀਜ਼ ਨੇ ਉਹਨੂੰ ਉਹ ਸਭ ਦਿੱਤਾ ਜੋ ਉਹਨੇ ਮੰਗਿਆ, ਲੇਕਿਨ ਫਿਰ ਵੀ ਉਹ ਸੰਤੁਸ਼ਟ ਨਾ ਹੋਏ ਔਰ ਉਹ ਇਹਨੂੰ ਮੈਨੂੰ ਵਾਪਸ ਦੇ ਗਏ। ਮੇਰੇ ਦਿਲ 'ਚ ਡਰ ਹੈ ਕਿ ਜੇ ਮੈਂ ਤੈਨੂੰ ਉਹ ਤਾਬੀਜ਼ ਦੇ ਦਾਂ, ਕਿਤੇ ਇਹ ਤਾਂ ਨਾ ਹੋਵੇ ਕਿ ਤੂੰ ਇਹਨੂੰ ਵਾਪਸ ਕਰ ਦੇਵੇਂ, ਜਾਂ ਤੇਰੇ ਮੰਗਣ ਤੋਂ ਬਾਅਦ, ਤੈਨੂੰ ਮਿਲਣ ਤੋਂ ਬਾਅਦ ਇਹ ਚੀਜ਼ ਜਿਹੜੀ ਤੈਨੂੰ ਮਿਲੀ ਹੈ ਤੇਰੇ ਕੰਮ ਦੀ ਨਾ ਹੋਵੇ। ਲੇਕਿਨ ਦੋਸਤੋ, ਸਾਡੀ ਇਨਸਾਨੀ ਫਿਤਰਤ ਇੱਕ ਐਸੀ ਬਿਮਾਰੀ ਹੈ, ਆਪਾਂ ਜਿੰਨਾ ਕਿਸ ਚੀਜ਼ 'ਤੇ ਪਰਦਾ ਪਾਵਾਂਗੇ ਉਨਾ ਉਹ ਚੀਜ਼ ਮੁਖਰ ਹੋ ਕੇ ਸਾਡੇ ਦਿਮਾਗ 'ਚ ਘੁੰਮਦੀ ਹੈ ਲਗਾਤਾਰ ਕਿ ਵਾਕਈ ਇਹ ਚੀਜ਼ ਹੈ ਕੀ। ਦੋਸਤੋ, ਉਹਦੇ ਦਿਮਾਗ ਦੇ ਵਿੱਚ ਲਗਾਤਾਰ ਉਹੀ ਗੱਲ ਚੱਲ ਰਹੀ ਹੈ, ਕਿਸੇ ਤਰੀਕੇ ਦੇ ਨਾਲ ਇਹ ਤਾਬੀਜ਼ ਮੈਨੂੰ ਮਿਲ ਜਾਵੇ। ਉਹ ਗੁਜ਼ਾਰਿਸ਼ ਕਰਦਾ ਹੈ, ਕਹਿੰਦਾ ਜੀ ਹੋ ਸਕਦਾ ਹੈ ਜਿਨ੍ਹਾਂ ਨੇ ਪਹਿਲਾਂ ਇਸ ਤਾਬੀਜ਼ ਤੋਂ ਕੁਝ ਮੰਗਿਆ ਹੋਵੇ ਉਹਨਾਂ ਨੂੰ ਮੰਗਣਾ ਨਾ ਆਉਂਦਾ ਹੋਵੇ, ਕਿਉਂਕਿ ਹਰੇਕ ਆਦਮੀ ਆਪਣੇ ਆਪ ਨੂੰ ਚਤੁਰ ਮੰਨਦਾ ਹੈ। ਹਰੇਕ ਆਦਮੀ ਸੋਚਦਾ ਹੈ ਕਿ ਜੋ ਤੂੰ ਕਰ ਸਕਦਾ ਹੈ ਉਹ ਸ਼ਾਇਦ ਦੁਨੀਆ 'ਤੇ ਕੋਈ ਇਨਸਾਨ ਨਹੀਂ ਕਰ ਸਕਦਾ, ਕਿਉਂਕਿ ਹਰੇਕ ਆਦਮੀ ਸੋਚਦਾ ਹੈ ਕਿ ਸਭ ਤੋਂ ਚਤੁਰ ਚਲਾਕ ਮੈਂ ਹੀ ਹਾਂ, ਮੇਰੇ ਤੋਂ ਵੱਧ ਕੇ ਚਲਾਕ ਇਸ ਦੁਨੀਆ 'ਤੇ ਨਾ ਕੋਈ ਹੋਇਆ ਨਾ ਕਿਸੇ ਹੋਣਾ। ਇਹ ਸਾਡੇ ਸਾਰਿਆਂ ਦਾ ਵਹਿਮ ਹੁੰਦਾ ਹੈ। ਉਹਨੇ ਗੁਜ਼ਾਰਿਸ਼ ਕੀਤੀ, ਨਹੀਂ ਜੀ ਕੋਈ ਦਿੱਕਤ ਨਹੀਂ, ਤੁਸੀਂ ਮੈਨੂੰ ਤਾਬੀਜ਼ ਦੇ ਦਿਓ, ਇਸ ਤਾਬੀਜ਼ ਦੇ ਨਾਲ ਮੈਂ ਪ੍ਰੋਪਰ ਤਰੀਕੇ ਦੇ ਨਾਲ ਮੰਗ ਰੱਖਾਂਗਾ ਔਰ ਹੋ ਸਕਦਾ ਹੈ ਤਾਬੀਜ਼ ਮੇਰੇ ਦਿਨਾਂ ਦੇ ਫਿਰਨ ਦੇ ਵਿੱਚ ਅਹਿਮ ਭੂਮਿਕਾ ਅਦਾ ਕਰੇ। ਉਸ ਦਰਵੇਸ਼ ਨੇ, ਉਸ ਫਕੀਰ ਨੇ ਉਸ ਨੂੰ ਉਹ ਤਾਬੀਜ਼ ਦੇ ਦਿੱਤਾ ਔਰ ਕਿਹਾ ਕਿ ਇਹਨੂੰ ਜੋ ਮੰਗੇਗਾ ਉਹ ਤੈਨੂੰ ਮਿਲੇਗਾ, ਲੇਕਿਨ ਸਿਰਫ 3 ਵਾਰ। ਦੋਸਤੋ, ਉਹ ਇਨਸਾਨ ਤਾਬੀਜ਼ ਲੈ ਕੇ ਖੁਸ਼ੀ ਆਪਣੇ ਘਰ ਜਾਂਦਾ ਹੈ। ਘਰ ਜਾ ਕੇ ਆਪਣੀ ਘਰਵਾਲੀ ਦੇ ਨਾਲ, ਆਪਣੀ ਬੇਗਮ ਦੇ ਨਾਲ ਗੱਲ ਕਰਦਾ ਹੈ, ਕਹਿੰਦਾ ਦੇਖੋ ਮੈਂ ਤਾਬੀਜ਼ ਲੈ ਕੇ ਆਇਆ, ਮੇਰੇ ਕਿਸੇ ਖਾਸ ਨੇ ਦਿੱਤਾ ਹੈ। ਦੋਨੇ ਮੀਆਂ ਬੀਵੀ ਤਾਬੀਜ਼ ਨੂੰ ਹੱਥ 'ਚ ਲੈ ਕੇ ਬੈਠ ਜਾਂਦੇ हैं ਔਰ ਉਹਨੂੰ ਅਪੀਲ ਕਰਦੇ हैं, ਗੁਜ਼ਾਰਿਸ਼ ਕਰਦੇ हैं ਕਿ ਇਹ ਤਾਬੀਜ਼ ਸਾਡੇ ਘਰ 1 ਲੱਖ ਰੁਪਏ ਪਹੁੰਚਾਓ, ਬਹੁਤ ਐਮਰਜੈਂਸੀ ਹੈ, ਬਹੁਤ ਜ਼ਰੂਰੀ ਹੈ, ਰੋਜ਼ਮर्रा ਦੀ ਜ਼ਿੰਦਗੀ 'ਚ ਬਹੁਤ ਤੰਗੀਆਂ ਨੇ, 1 ਲੱਖ ਰੁਪਏ ਦੇ ਦਿਓ। ਤਾਬੀਜ਼ ਹੱਥ ਤੋਂ ਛਿਟਕ ਕੇ ਜ਼ਮੀਨ 'ਤੇ ਗਿਰਦਾ ਹੈ ਔਰ ਠੀਕ 15 ਮਿੰਟ ਬਾਅਦ ਉਹਨਾਂ ਦੇ ਘਰ ਦੇ ਗੇਟ 'ਤੇ ਦਸਤਕ ਹੁੰਦੀ ਹੈ। ਉਹ ਦਰਵਾਜ਼ਾ ਖੋਲ੍ਹਦੇ ਨੇ, ਦੇਖਦੇ ਨੇ ਕਿ 2 ਸੈਨਿਕ ਬਾਹਰ ਖੜੇ ਹੈ। 2 ਸੈਨਿਕ ਬਾਹਰ ਖੜੇ ਹੈ, ਉਹਨਾਂ ਦੇ ਹੱਥ 'ਚ 1 ਲੱਖ ਰੁਪਏ ਹੈ। ਕਹਿੰਦੇ ਜੀ 1 ਲੱਖ ਰੁਪਏ। ਕਹਿੰਦੇ ਜੀ ਤੁਹਾਡਾ ਬੇਟਾ ਜਿਹੜਾ ਰਾਜਾ ਦੀ ਆਰਮੀ ਦੇ ਵਿੱਚ ਸੀ, ਅੱਜ ਜੰਗ ਹੋਈ ਔਰ ਜੰਗ ਦੇ ਵਿੱਚ ਤੁਹਾਡਾ ਬੇਟਾ ਸ਼ਹੀਦ ਹੋ ਗਿਆ। ਰਾਜਾ ਜੀ ਨੇ ਤੁਹਾਡੇ ਵਾਸਤੇ ਇਹ सम्मान ਰਾਸ਼ੀ 1 ਲੱਖ ਰੁਪਏ ਭੇਜੀ ਹੈ, ਇਹਨੂੰ ਕਬੂਲ ਕਰੋ। ਦੋਸਤੋ,
ਉਸ ਕਪਲ ਦੇ ਮੱਥੇ ਤੇ ਤਿਉੜੀਆਂ ਪੈ ਜਾਂਦੀਆਂ, ਬਹੁਤ ਪਰੇਸ਼ਾਨ ਹੁੰਦੇ ਆ ਕਿ ਪੈਸਾ ਤਾਂ ਮਿਲਿਆ ਲੇਕਿਨ ਇਸ ਤਰੀਕੇ ਨਾਲ ਮਿਲਿਆ, ਅਸੀਂ ਸੋਚ ਵੀ ਨਹੀਂ ਸਕਦੇ ਸੀ। ਅਸੀਂ ਸੋਚ ਵੀ ਨਹੀਂ ਸਕਦੇ ਸੀ ਕਿ ਇਹ ਸਾਡੇ ਬੇਟੇ ਦੇ ਮਰਨ ਤੋਂ ਬਾਅਦ ਲੱਖ ਰੁਪਏ ਸਾਡੇ ਘਰ ਆਵੇਗਾ। ਦੋਸਤੋ, ਦੋਨੋਂ ਜੀ ਘਰ ਬੈਠੇ ਵਿਲਾਪ ਕਰ ਰਹੇ ਨੇ। 1 ਲੱਖ ਰੁਪਏ ਵੀ ਫੜਿਆ, ਲੇਕਿਨ ਅੱਜ 1 ਲੱਖ ਰੁਪਏ ਵੀ ਚੰਗਾ ਨਹੀਂ ਲੱਗ ਰਿਹਾ। ਬੇਗਮ ਆਪਣੇ ਘਰ ਵਾਲੇ ਨੂੰ ਕਹਿੰਦੀ ਮੈਨੂੰ ਤੇਰਾ 1 ਲੱਖ ਰੁਪਏ ਨਹੀਂ ਚਾਹੀਦਾ, ਮੈਨੂੰ ਮੇਰਾ ਪਾਲਿਆ ਪੁੱਤ ਚਾਹੀਦਾ ਹੈ, ਮੈਨੂੰ ਜਵਾਨ ਪੁੱਤ ਚਾਹੀਦਾ ਹੈ, ਮੈਨੂੰ ਤੇਰੇ ਪੈਸਿਆਂ ਦੀ ਕੋਈ ਲੋੜ ਨਹੀਂ। ਦੋਸਤੋ, ਉਹ ਬੰਦਾ ਉਸ ਤਾਬੀਜ਼ ਨੂੰ ਫਿਰ ਚੱਕਦਾ ਹੈ ਔਰ ਚੱਕ ਕੇ ਉਹਨੂੰ ਕਹਿੰਦਾ ਹੈ ਕਿ ਜਿਵੇਂ ਮਰਜ਼ੀ ਕਰ, ਮੇਰਾ ਬੇਟਾ ਮੈਨੂੰ ਘਰ ਪਹੁੰਚਾ। ਦੋਸਤੋ, ਕੁਛ ਵਕਤ ਗੁਜ਼ਰਿਆ, 15 ਮਿੰਟ, 20 ਮਿੰਟ, ਅੱਧਾ ਘੰਟਾ, ਉਹਨਾਂ ਦੇ ਘਰ ਦੇ ਬਾਹਰ ਫਿਰ ਦਸਤਕ ਹੋਈ। ਕਿਸ ਨੇ ਆਵਾਜ਼ ਮਾਰੀ, ਕਹਿੰਦਾ ਮਾਂ। ਆਵਾਜ਼ ਸੁਣ ਕੇ ਜਦ ਭੱਜ ਕੇ ਦਰਵਾਜ਼ਾ ਖੋਲ੍ਹਿਆ ਉਸ ਔਰਤ ਨੇ ਤਾਂ ਸਾਹਮਣੇ ਕੋਈ ਨਹੀਂ ਸੀ। ਕਿਸੇ ਦੇ ਪੈਰਾਂ ਦੀ ਆਹਟ ਸੀ, ਕਿਸੇ ਹੋਣ ਦਾ ਅਹਿਸਾਸ ਸੀ, ਕਿਸੇ ਦੇ ਪਹੁੰਚਣ ਦੀ ਦਸਤਕ ਸੀ, ਲੇਕਿਨ ਕੋਈ ਨਹੀਂ ਸੀ। ਹੁਣ ਉਹ ਜ਼ਿਆਦਾ ਪਰੇਸ਼ਾਨ ਹੋ ਗਏ। ਮੇਰੇ ਬੇਟੇ ਦਾ ਜਿਹੜਾ ਪ੍ਰੇਤ ਹੈ ਉਹ ਸਾਡੇ ਘਰ ਵਾਪਸ ਆ ਗਿਆ, ਕਿਉਂਕਿ ਉਸ ਟਾਈਮ ਤੱਕ ਜਦ ਉਹਨਾਂ ਨੇ ਉਸ ਤਾਬੀਜ਼ ਤੋਂ ਮੰਗੀ ਸੀ ਦੂਜੀ ਦੁਆ, ਜਦੋਂ ਉਹਨਾਂ ਨੇ ਖੈਰਾਤ ਮੰਗੀ ਸੀ ਜਾਂ ਦੂਜੀ ਮੰਗ ਮੰਗੀ ਸੀ, ਉਸ ਟਾਈਮ ਤੱਕ ਉਹਨੂੰ ਦਫਨ ਕਰ ਦਿੱਤਾ ਗਿਆ ਸੀ। ਸਰੀਰ ਨਹੀਂ ਪਰਤਿਆ, ਲੇਕਿਨ ਆਤਮਾ ਘਰ ਆ ਚੁੱਕੀ ਸੀ। ਹੁਣ ਵਕਤ ਗੁਜ਼ਰ ਰਿਹਾ ਸੀ, ਖੌਫ ਸੀ, ਡਰ ਸੀ, ਕਿਤੇ ਇਹ ਨਾ ਹੋਵੇ ਇਹ ਆਤਮਾ ਸਦਾ ਹੀ ਸਾਡੇ ਘਰ ਰਹਿ ਜੇ ਔਰ ਸਾਨੂੰ ਜ਼ਿੰਦਗੀ ਜੀਣੀ ਔਖੀ ਹੋ ਜੇ। ਉਹਨਾਂ ਨੇ ਤੀਜੀ ਵਾਰ ਫਿਰ ਤਾਬੀਜ਼ ਹੱਥ 'ਚ ਲਿਆ ਔਰ ਤਾਬੀਜ਼ ਨੂੰ ਹੱਥ 'ਚ ਲਾ ਕੇ ਕਹਿੰਦੇ ਜਿਵੇਂ ਮਰਜ਼ੀ ਕਰ, ਇਹ ਜਿਹੜੀ ਆਤਮਾ ਹੈ, ਜਿਹੜਾ ਇਹ ਪ੍ਰੇਤ ਹੈ ਮੇਰੇ ਬੇਟੇ ਦਾ, ਇਹ ਇਸ ਘਰ 'ਚ ਨਾ ਰਹੇ ਔਰ ਅਸੀਂ ਆਰਾਮ ਨਾਲ ਜੀ ਸਕੀਏ। ਜਿਹੜੀ ਇਹ ਸਾਡੀ ਆਖਰੀ ਮੰਗ ਹੈ, ਇਹਨੂੰ ਵੀ ਪੂਰਾ ਕਰ। ਦੋਸਤੋ, ਤਾਬੀਜ਼ ਨੇ ਤੀਜੀ ਮੰਗ ਵੀ ਪੂਰੀ ਕਰਤੀ। ਦਿਨ ਚੜ੍ਹਿਆ, ਉਹ ਬੰਦਾ ਉਸ ਤਾਬੀਜ਼ ਨੂੰ ਲੈ ਕੇ ਵਾਪਸ ਚਲਾ ਗਿਆ ਉਸ ਦਰਵੇਸ਼ ਦੇ ਕੋਲ ਔਰ ਜਾ ਕੇ ਕਹਿੰਦਾ ਲਓ ਜੀ ਸੰਭਾਲੋ ਆਪਣਾ, ਇਹ ਤਾਬੀਜ਼ ਮੈਨੂੰ ਨਹੀਂ ਚਾਹੀਦਾ। ਇਹਨੇ ਮੈਨੂੰ ਜੋ ਦਿੱਤਾ ਉਹਦੇ ਪਿੱਛੇ ਇਹਨੇ ਬਹੁਤ ਵੱਡੀ ਕੀਮਤ ਵਸੂਲੀ ਹੈ ਉਸ ਚੀਜ਼ ਦੀ। ਤਾਂ ਦੋਸਤੋ, ਅਸੀਂ ਹਮੇਸ਼ਾ ਜ਼ਿੰਦਗੀ ਦੇ ਵਿੱਚ ਕਈ ਕੰਮ ਕਰਦੇ ਹਾਂ, ਸਾਰੀ ਜਵਾਨੀ ਗਾਲ ਕੇ ਪੈਸਾ ਲੱਭਦੇ ਹਾਂ, ਪੈਸਾ ਲੈਂਦੇ ਮਾਂ ਪਿਓ ਗਵਾ ਲੈਂਦੇ ਹਾਂ। ਚੰਗੇ ਦਿਨ ਹੁੰਦੇ ਹੱਸਣ ਖੇਡਣ ਦੇ, ਅਸੀਂ ਉਹਨਾਂ ਨੂੰ ਜ਼ਾਇਆ ਕਰ ਦਿੰਦੇ ਹਾਂ ਔਰ ਜਦ ਵਿਹਲੇ ਹੁੰਦੇ ਹਾਂ ਹੱਸ ਖੇਡ ਸਕਦੇ ਹੀ ਨਹੀਂ। ਹਮੇਸ਼ਾ ਮਿਲੀ ਹਰ ਚੀਜ਼ ਦੇ ਲਈ ਸ਼ੁਕਰਾਨਾ ਕਰੋ, ਅੱਗੇ ਵਧੋ, ਕਰਮ ਕਰੋ, ਫਲ ਦੀ ਇੱਛਾ ਨਾ ਰੱਖੋ। ਸ਼ਿਕਵੇ ਆਪਣੇ ਦਿਮਾਗ ਦੇ ਵਿੱਚੋਂ ਕੱਢ ਕੇ ਸਦਾ ਵਾਸਤੇ ਛੱਡ ਦਿਓ, ਕਿਉਂਕਿ ਸਾਨੂੰ ਜੋ ਕੁਦਰਤ ਨੇ ਦਿੱਤਾ ਹੈ ਬੜੀ ਸੋਚ ਸਮਝ ਕੇ ਦਿੱਤਾ ਹੈ। ਉਹ ਸਾਡੇ ਵਾਸਤੇ ਬਣੀ ਚੀਜ਼ ਸੀ, ਜਿਹਦਾ ਮਤਲਬ ਸ਼ਾਇਦ ਅਸੀਂ ਅੱਜ ਨਾ ਸਮਝ ਸਕੀਏ, ਕੱਲ੍ਹ ਸਮਝ ਲਵਾਂਗੇ। ਇਸੇ ਗੱਲ ਦੇ ਨਾਲ ਦਵੋ ਇਜਾਜ਼ਤ, ਫਿਰ ਮਿਲਾਂਗੇ ਇੱਕ ਹੋਰ ਬਾਤ ਦੇ ਨਾਲ।